ਅੱਜ ਸੁਣਦੇ ਹਾਂ ਗੁਰਦੇਵ ਰੁਪਾਣਾ ਦੀ ਕਹਾਣੀ ਰੋਟੀ। ਆਵਾਜ਼ ਮਨਪ੍ਰੀਤ ਸਹੋਤਾ। 5 ਸਾਲਾਂ ਪਿੱਛੋਂ ਬਖਤੌਰੇ ਨੇ ਕਸਮ ਤੋੜ ਕੇ ਪੀਣੀ ਸ਼ੁਰੂ ਕਰ ਦਿੱਤੀ। 5 ਸਾਲ ਉਸਨੇ ਸ਼ਰਾਬ ਨੂੰ ਹੱਥ ਨਹੀਂ ਲਾਇਆ। ਦੋਸਤਾਂ ਨੇ ਤਾਨੇ ਮਾਰੇ, ਯਾਰੀ ਦੇ ਵਾਸਤੇ ਪਾਏ, ਪਰ ਉਸਨੇ ਮੂੰਹ ਨੂੰ ਨਹੀਂ ਲਾਈ। ਕਿਸੇ ਪ੍ਰਾਹੁਣੇ ਧਰਾਉਣੇ ਨੂੰ ਨਹੀਂ ਲਿਆ ਕੇ ਦਿੱਤੀ। ਕੁਝ ਨਾਰਾਜ਼ ਹੋਏ, ਕੁਝ ਇੱਕ ਨੇ ਕਿਹਾ ਬਖਤੌਰਾ ਕੰਜੂਸ ਹੋ ਗਿਆ ਹੈ। ਪਰ ਹੁਣ ਦਿਨ ਰਾਤ ਅੱਖ ਨਹੀਂ ਪੁੱਟਦਾ। ਪੀਂਦਾ ਰਹਿੰਦਾ ਹੈ, ਪਿਆਉਂਦਾ ਰਹਿੰਦਾ ਹੈ। ਸਭ ਹੈਰਾਨ ਸਨ, ਉਹਨੂੰ ਹੋ ਕੀ ਗਿਆ? ਕੋਈ ਦੁੱਖ ਨਹੀਂ, ਕੋਈ ਸਦਮਾ ਨਹੀਂ। ਚੰਗੇ ਸਲੱਗ ਉਹਦੇ ਧੀਆਂ ਪੁੱਤਰ ਸਨ, ਉਹਦੇ ਹੁਕਮ ਵਿੱਚ ਰਹਿਣ ਵਾਲੇ। ਚੰਗੀ ਫਸਲ ਹੁੰਦੀ ਆ ਰਹੀ ਸੀ। ਵੱਡੇ ਪੁੱਤਰ ਮੱਖਣ ਦਾ ਵਿਆਹ ਕਰ ਲਿਆ। ਕਿਸੇ ਕਿਸਮ ਦੀ ਤੰਗੀ ਨਹੀਂ। 4 ਪੈਸੇ ਵੀ ਜੁੜ ਗਏ ਸਨ ਤੇ ਮੱਖਣ ਟਰੈਕਟਰ ਖਰੀਦਣ ਵਾਸਤੇ ਸਲਾਹਾਂ ਕਰਦਾ ਫਿਰਦਾ ਸੀ ਕਿ ਅਚਾਨਕ ਬਖਤੌਰੇ ਨੇ ਪੀਣੀ ਸ਼ੁਰੂ ਕਰ ਦਿੱਤੀ। ਜਿਸ ਦਿਨ ਤੋਂ ਕਸਮ ਤੋੜੀ ਘਰ ਨਹੀਂ ਵੜਿਆ। ਖੇਤ ਵਾਲੇ ਕੋਠੇ ਵਿੱਚ ਹੀ ਡੇਰਾ ਜਾ ਲਾਇਆ। ਝਿਊਰਾਂ ਦਾ ਦੁੰਨਾ ਟਹਿਲ ਸੇਵਾ ਵਾਸਤੇ ਰੱਖ ਲਿਆ। 4-5 ਖਾਊ ਯਾਰ ਹਮੇਸ਼ਾ ਉਹਦੇ ਕੋਲ ਬੈਠੇ ਰਹਿੰਦੇ। ਉਹਦੇ ਪੀਣ ਦੇ ਢੰਗ ਦੀਆਂ ਸਿਫਤਾਂ ਕਰ ਕਰ ਉਹਨੂੰ ਅਸਮਾਨ ਚਾੜ੍ਹੀ ਜਾਂਦੇ। ਉਹਦੀ ਹਾਂ ਵਿੱਚ ਹਾਂ ਮਿਲਾਈ ਜਾਂਦੇ। ਵੱਡਾ ਕਮਰੇ ਜਿੱਡਾ ਮੁਰਗਿਆਂ ਵਾਸਤੇ ਖੁੱਡਾ ਬਣਾ ਲਿਆ। ਦੁੰਨੇ ਨੇ ਮੁਰਗੇ ਲਿਆ ਛੱਡੇ। ਜਿੰਨੇ ਰੋਜ਼ ਖਾਧੇ ਜਾਂਦੇ, ਦੁੰਨੇ ਨੂੰ ਹੁਕਮ ਸੀ ਉਤਨੇ ਹੋਰ ਲਿਆ ਕੇ ਛੱਡ ਦੇਵੇ। ਘਰ ਵਾਲੇ ਕਹਿੰਦੇ ਸਨ ਬਖਤੌਰੇ ਨੇ ਘਰ ਨੂੰ ਤੰਗਲੀ ਲਾ ਦਿੱਤੀ ਹੈ। ਘਰ ਵਾਲਿਆਂ ਨੂੰ ਚਿੰਤਾ ਕਰਦੇ ਉਹਨੇ ਸੁਣਿਆ ਤਾਂ ਹੱਥ ਹੋਰ ਵੀ ਖੁੱਲ੍ਹਾ ਕਰ ਦਿੱਤਾ। ਭਾਂਤ-ਭਾਂਤ ਦੇ ਮਹਿੰਗੇ ਕੱਪੜੇ ਸਵਾ ਲਏ। ਕੋਟ, ਪੈਂਟਾਂ, ਅਚਕਨਾਂ ਜਿਹੜੇ ਉਹਦੇ ਪਿਓ ਦਾਦੇ ਨੇ ਕਦੇ ਵੇਖੇ ਵੀ ਨਹੀਂ ਸਨ ਤੇ ਜੋ ਬਖਤੌਰੇ ਨੂੰ ਪਾਉਣੇ ਵੀ ਨਹੀਂ ਆਉਂਦੇ ਸਨ। ਨਵੇਂ ਫੈਸ਼ਨ ਦੱਸਣ ਵਾਲੇ ਜੁੜ ਗਏ। ਪਟਿਆਲਾ ਸ਼ਾਹੀ, ਟੋਹ ਵਾਲੀਆਂ ਪਗੜੀਆਂ ਬੰਨ੍ਹਣੀਆਂ ਸਿਖਾਉਣ ਵਾਲੇ ਆ ਗਏ। ਬਖਤੌਰੇ ਨੂੰ ਸਲਾਹਾਂ ਦਿੱਤੀਆਂ ਜਾਣ ਲੱਗੀਆਂ, ਜਿਨ੍ਹਾਂ ਦਾ ਨਤੀਜਾ ਬਖਤੌਰੇ ਨੇ ਕਾਲੇ ਭੂਰੇ ਬੂਟ ਖਰੀਦ ਲਏ। ਗੁਰਗਾਬੀਆਂ ਲੈ ਲਈਆਂ। ਭਾਂਤ-ਭਾਂਤ ਦੀਆਂ ਤਿੱਲੇ ਵਾਲੀਆਂ ਜੁੱਤੀਆਂ ਖਰੀਦ ਲਿਆਂਦੀਆਂ। ਕਸੂਰੀ ਖੁੱਸੇ, ਮੁਕਤਸਰੀ ਘੋਨੀਆਂ, ਫਾਜ਼ਿਲਕਾ ਦੀਆਂ ਕੰਨਿਆਂ ਵਾਲੀਆਂ। ਕਿਸੇ ਨੇ ਖੁਸ਼ਬੂਦਾਰ ਤੇਲ ਦਾ ਜ਼ਿਕਰ ਕਰ ਦਿੱਤਾ। ਫੇਰ ਕੀ ਸੀ, ਜੋ ਵੀ ਸ਼ੀਸ਼ੀ ਦੁਕਾਨ ਤੇ ਵੇਖੀ ਖਰੀਦ ਲਈ। ਕਰੀਮ, ਪਾਊਡਰ, ਸ਼ੰਪੂ। ਬਖਤੌਰਾ ਪੂਰੇ ਨਵਾਬੀ ਠਾਠ ਨਾਲ ਰਹਿਣ ਲੱਗ ਪਿਆ। ਉਹਦਾ ਰੁਮਾਲ ਠੇਕੇ ਤੇ ਜਾਂਦਾ ਤੇ ਬੋਤਲਾਂ ਤੁਰੀਆਂ ਆਉਂਦੀਆਂ। ਕੁਝ ਪੀਤੀਆਂ ਜਾਂਦੀਆਂ, ਕੁਝ ਲੋਕ ਡੱਬਾਂ ਵਿੱਚ ਅੜੁੰਗ ਕੇ ਲੈ ਜਾਂਦੇ। ਇਹੋ ਹਾਲ ਉਹਦੇ ਦੂਜੇ ਸਾਮਾਨ ਦਾ ਸੀ। ਜਿਨ੍ਹਾਂ ਲੋਕਾਂ ਨੇ ਨਹਾਉਣ ਵਾਲਾ ਸਾਬਣ ਕਦੇ ਸੁੰਘ ਕੇ ਨਹੀਂ ਸੀ ਵੇਖਿਆ, ਉਹ 3-3 ਵਾਰ ਮਲਦੇ। ਮੁੱਛਾਂ ਨੂੰ ਖੁਸ਼ਬੂਦਾਰ ਤੇਲ ਨਾਲ ਚੋਪੜਦੇ। ਬਖਤੌਰੇ ਦੇ ਕੱਪੜੇ ਪਾ ਕੇ ਲੈ ਜਾਂਦੇ। ਇਹਨਾਂ ਖਾਊ ਯਾਰਾਂ ਨੇ ਅਫਵਾਹ ਫੈਲਾ ਦਿੱਤੀ ਕਿ ਮੱਖਣ ਬਖਤੌਰੇ ਨੂੰ ਜਿਉਂਦਾ ਨਹੀਂ ਛੱਡੇਗਾ। ਆਪਣੇ ਦੋਸਤਾਂ ਨਾਲ ਸਲਾਹਾਂ ਕਰਦਾ ਉਹਨਾਂ ਨੇ ਆਪਣੇ ਕੰਨੀ ਸੁਣਿਆ ਹੈ। ਹਮਦਰਦ ਦੋਸਤਾਂ ਨੇ ਸਮਝਾਉਣ ਦੇ ਯਤਨ ਕੀਤੇ। ਰਿਸ਼ਤੇਦਾਰ ਆਏ। ਵੱਡੀ ਭੈਣ ਨੇ ਤਰਲੇ ਕੀਤੇ। ਸਾਲੇ ਨੇ ਪੈਰੀਂ ਪੱਗ ਰੱਖੀ, ਪਰ ਬਖਤੌਰੇ ਨੇ ਕਿਸੇ ਦੀ ਨਾ ਮੰਨੀ। ਹਰ ਇੱਕ ਨੂੰ ਇੱਕੋ ਉੱਤਰ ਦਿੰਦਾ ਰਿਹਾ, ਮੈਂ ਵੀ ਬਥੇਰਾ ਸਮਝਾਇਆ ਸੀ, ਮੇਰੇ ਕਹੇ ਤਾਂ ਕੋਈ ਨਾ ਸਮਝਿਆ। ਕੌਣ ਨਾ ਸਮਝਿਆ? ਉਹਨੂੰ ਪੁੱਛਿਆ ਜਾਂਦਾ। ਆਪੇ ਆਊ ਆਪੇ, ਜਿਹਨੂੰ ਸਮਝ ਆ ਗਈ ਆਪੇ ਆਊ ਆਪੇ, ਉਹ ਕਹਿੰਦਾ ਤੇ ਗੱਲ ਕਰਨ ਵਾਲੇ ਨੂੰ ਹੋਰ ਬੋਲਣ ਤੋਂ ਰੋਕਣ ਵਾਸਤੇ ਉੱਚੀ ਸਾਰੀ ਕਹਿੰਦਾ, ਚੁੱਪ। ਮਹੀਨੇ ਕੁ ਦੇ ਵਿੱਚ ਟਰੈਕਟਰ ਵਾਸਤੇ ਰੱਖੀ ਰਕਮ ਉਹ ਪੀ ਗਿਆ। ਫੇਰ ਉਹਨੇ ਐਲਾਨ ਕਰ ਦਿੱਤਾ ਉਹ ਆਪਣੀ ਪੱਕੀ ਨਹਿਰ ਵਾਲੀ ਜ਼ਮੀਨ ਵੇਚਣ ਵਾਸਤੇ ਤਿਆਰ ਹੈ। ਕੋਈ ਗਾਹਕ ਹੋਵੇ ਤਾਂ ਉਹਦੇ ਅੱਡੇ ਤੇ ਆ ਜਾਵੇ। ਸੁਣ ਕੇ ਘਰ ਵਾਲਿਆਂ ਦੇ ਭਾਅ ਦੀ ਬਣ ਗਈ। ਮੱਖਣ ਰੋਟੀ ਛੱਡ ਕੇ ਬੈਠ ਗਿਆ। ਉਹਨੂੰ ਸਮਝ ਨਾ ਆਵੇ ਪਿਓ ਨੂੰ ਕੀ ਹੋ ਗਿਆ। ਪਹਿਲਾਂ ਵੀ ਪੀਂਦਾ ਰਿਹਾ ਸੀ, ਪਰ ਜ਼ਮੀਨ ਨੂੰ ਦੰਦਾ ਨਹੀਂ ਸੀ ਧਰਿਆ ਤੇ ਨਾ ਹੀ ਇਸ ਤਰ੍ਹਾਂ ਨਵਾਬਾਂ ਵਾਲੇ ਤੌਰ ਤਰੀਕੇ ਹੀ ਅਪਣਾਏ ਸਨ। ਕੀ ਕੀਤਾ ਜਾਵੇ? ਜਦ ਵੀ ਉਹ ਉਹਨੂੰ ਮਿਲਣ ਵਾਸਤੇ ਗਿਆ ਸੀ, ਦੂਰੋਂ ਵੇਖ ਕੇ ਹੀ ਬਖਤੌਰੇ ਨੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ, ਆ ਗਿਆ ਮੱਖਣ ਮੈਨੂੰ ਮਾਰਨ ਵਾਸਤੇ, ਆ ਗਿਆ। ਮੱਖਣ ਬਿਨਾਂ ਗੱਲ ਕੀਤੇ ਹੀ ਪਰਤ ਆਉਂਦਾ। ਤੇ ਫੇਰ ਅਗਲੇ ਦਿਨ ਹੋਰ ਖਬਰ ਸੁਣੀ ਤਾਂ ਸਾਰਾ ਟੱਬਰ ਭੁੰਜਾ ਹੀ ਲੈ ਗਿਆ। ਬਖਤੌਰੇ ਨੇ ਰੁਲੀਏ ਚੌਂਕੀਦਾਰ ਦੀ ਵਿਧਵਾ ਰੱਖ ਲਈ ਸੀ। ਘਰ ਵਿੱਚ ਜਵਾਨ ਧੀ ਸੀ। ਨਵੀਂ ਨੂੰਹ ਆਈ ਹੋਈ ਸੀ। ਇਹ ਕੀ ਮਾਰ ਵੱਗ ਗਈ ਉਹਨੂੰ? ਮੱਖਣ ਨੇ ਸੋਚਿਆ ਹੁਣ ਇਸ ਘਰ ਦੀ ਖੈਰ ਨਹੀਂ। ਕੁਝ ਵੇਚ ਕੇ ਪੀ ਜਾਵੇਗਾ ਤੇ ਕੁਝ ਚਮਿਆਰੀ ਦੇ ਨਾਂ ਕਰਵਾ ਦੇਵੇਗਾ ਤੇ ਉਹ ਰਹਿ ਜਾਣਗੇ ਲੋਕਾਂ ਦੇ ਸੀਰੀ ਲੱਗਣ ਜੋਗੇ। ਸ਼ਰਮ ਦੇ ਮਾਰੇ ਉਹਨਾਂ ਨੂੰ ਘਰੋਂ ਨਿਕਲਣਾ ਔਖਾ ਹੋ ਗਿਆ। ਆਪੇ ਆਊ ਆਪੇ। ਮੱਖਣ ਨੇ ਪਿਓ ਦੀ ਗੱਲ ਯਾਦ ਕੀਤੀ। ਕੌਣ ਆਊ? ਤੇ ਹੁਣ ਚਮਿਆਰੀ ਲੈ ਆਇਆ ਹੈ। ਹੋਵੇ ਨਾ ਹੋਵੇ ਝਗੜਾ ਕੋਈ ਬੇਬੇ ਨਾਲ ਹੀ ਹੈ, ਉਹਨੇ ਸੋਚਿਆ। ਮੱਖਣ ਤੇ ਬਖਤੌਰਾ ਇਕੱਠੇ ਹੀ ਖੇਤ ਵਿੱਚ ਕੰਮ ਕਰਿਆ ਕਰਦੇ ਸਨ। ਭਰਾਵਾਂ ਵਾਂਗ ਲੱਗਦੇ ਸਨ ਤੇ ਦੋਸਤਾਂ ਵਾਂਗ ਰਹਿੰਦੇ ਸਨ।
ਕੰਮ ਬੰਦ ਕਰਨ ਤੋਂ ਪਹਿਲਾਂ ਬਖਤੌਰੇ ਨੇ ਚੁੱਪ ਵੱਟ ਲਈ ਸੀ। ਚੁੱਪਚਾਪ ਉਹ ਗੁਆਚੀ ਗਾਂ ਵਾਂਗ ਫਿਰਦਾ ਰਹਿੰਦਾ। ਇੱਕ ਦਿਨ ਉਹ ਚਾਦਰ ਤਾਣ ਕੇ ਲੇਟ ਗਿਆ। ਸਾਰਾ ਦਿਨ ਖੇਤ ਨਾ ਗਿਆ ਤੇ ਅਗਲੇ ਦਿਨ ਪਤਾ ਲੱਗਿਆ ਉਹਨੇ ਪੀਣੀ ਸ਼ੁਰੂ ਕਰ ਦਿੱਤੀ ਹੈ। ਮੱਖਣ ਨੇ ਯਾਦ ਕੀਤਾ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦ ਮੱਖਣ ਦੀ ਵਹੁਟੀ ਮੁਕਲਾਵੇ ਤੋਂ ਦੂਜੀ ਵਾਰ ਆਈ ਹੋਈ ਸੀ। ਸਾਰਾ ਪਰਿਵਾਰ ਖੁਸ਼ ਸੀ, ਇੱਕ ਦੂਜੇ ਨੂੰ ਵਧੇਰੇ ਪਿਆਰ ਸਤਿਕਾਰ ਨਾਲ ਪੇਸ਼ ਆਉਂਦੇ। ਛੋਟੇ ਨਿਆਣੇ ਭਾਬੀ ਦੇ ਚਾਅ ਵਿੱਚ ਸਭ ਕੰਮ ਹੱਸਦੇ ਕਰ ਲੈਂਦੇ। ਸਕੂਲ ਜਾਣ ਵੇਲੇ ਵਿਟਰਦੇ ਨਾ, ਇੱਕ ਦੂਜੇ ਨਾਲ ਝਗੜਾ ਨਾ ਕਰਦੇ। ਬਖਤੌਰਾ ਬੜੇ ਧਿਆਨ ਨਾਲ ਤੁਰਦੀ ਫਿਰਦੀ ਵਹੁਟੀ ਨੂੰ ਵੇਖਦਾ। ਉਹਨਾਂ ਦਿਨਾਂ ਵਿੱਚ ਉਹ ਮੱਖਣ ਦੀ ਮਾਂ ਨੂੰ ਨਵੇਂ ਸਾਫ਼ ਕੱਪੜੇ ਪਾਉਣ ਵਾਸਤੇ ਕਹਿੰਦਾ ਸੁਣਿਆ ਗਿਆ ਸੀ, ਉਹ ਤੂੰ ਵੀ ਕਦੇ ਚੱਜ ਦਾ ਝੱਗਾ ਚੁੰਨੀ ਪਾ ਲਿਆ ਕਰ। ਸਵੇਰੇ ਸਵੇਰੇ ਸਭ ਵਾਸਤੇ ਦਾਤਣਾ ਲਿਆ ਕੇ ਦਿੰਦਾ ਤੇ ਮੱਖਣ ਦੀ ਮਾਂ ਨੂੰ ਵੀ ਦਾਤਣ ਕਰਨ ਵਾਸਤੇ ਕਹਿੰਦਾ। ਉਹਨਾਂ ਦਿਨਾਂ ਵਿੱਚ ਇੱਕ ਹੋਰ ਤਬਦੀਲੀ ਘਰ ਵਿੱਚ ਹੋਈ ਸੀ। ਖੇਤੋਂ ਆ ਕੇ ਬਖਤੌਰਾ ਬੈਠਕ ਵਿੱਚ ਬੈਠ ਜਾਂਦਾ। ਉਹਦੇ ਨਹਾਉਣ ਵਾਸਤੇ ਪਾਣੀ ਪੁੱਜ ਜਾਂਦਾ। ਧੋਤੇ ਹੋਏ ਕੱਪੜੇ ਦਿੱਤੇ ਜਾਂਦੇ। ਨਹਾ ਕੇ ਕੱਪੜੇ ਬਦਲ ਕੇ ਉਹ ਲੇਟਿਆ ਰੋਟੀ ਦੀ ਉਡੀਕ ਕਰਦਾ। ਸਭ ਨੂੰ ਥਾਂ ਥਾਈਂ ਰੋਟੀ ਪਰੋਸ ਕੇ ਮੱਖਣ ਦੀ ਮਾਂ ਬਖਤੌਰੇ ਨੂੰ ਰੋਟੀ ਖਵਾਉਣ ਜਾਇਆ ਕਰਦੀ ਸੀ। ਉਹ ਖਾਂਦਾ ਰਹਿੰਦਾ ਤੇ ਉਹ ਕੋਲ ਬੈਠੀ ਨਿੱਕੀਆਂ ਗੱਲਾਂ ਕਰਦੀ ਰਹਿੰਦੀ। ਪਿੰਡ ਦੇ ਸਮਾਚਾਰ ਦੱਸਦੀ ਰਹਿੰਦੀ। ਘਰ ਬਾਰੇ ਸਲਾਹਾਂ ਵੀ ਇਸੇ ਵਕਤ ਹੁੰਦੀਆਂ। ਇੱਕ ਸ਼ਾਮ ਮੱਖਣ ਦੀ ਮਾਂ ਰੋਟੀ ਖਵਾਉਣ ਨਾ ਗਈ। ਉਹਨੇ ਮੱਖਣ ਤੋਂ ਛੋਟੇ ਬੀਰੇ ਨੂੰ ਕਿਹਾ, ਲੈ ਵੇ ਬੀਰਿਆ, ਆਪਣੇ ਬਾਪੂ ਨੂੰ ਰੋਟੀ ਦੇ ਆ। ਦੁੱਧ ਗਰਮ ਹੋਇਆ ਤਾਂ ਗੜਵੀ ਭਰ ਕੇ ਮੱਖਣ ਦੀ ਮਾਂ ਨੇ ਬੀਰੇ ਦੇ ਹੱਥ ਭੇਜ ਦਿੱਤੀ। ਤੇਰੀ ਬੇਬੇ ਅੱਜ ਤਗੜੀ ਨਹੀਂ? ਬਖਤੌਰੇ ਨੇ ਪੁੱਛਿਆ। ਤਗੜੀ ਐ? ਉਹ ਚੁੱਪ ਰਿਹਾ। ਮੱਖਣ ਨੂੰ ਯਾਦ ਸੀ ਪਹਿਲਾਂ ਦੁੱਧ ਵੀ ਉਹਦੀ ਬੇਬੇ ਹੀ ਦੇਣ ਜਾਇਆ ਕਰਦੀ ਤੇ ਕਾਫੀ ਚਿਰ ਲਾ ਕੇ ਮੁੜਿਆ ਕਰਦੀ ਸੀ। ਆ ਕੇ ਬਿਨਾਂ ਕਿਸੇ ਦੇ ਪੁੱਛਣ ਤੋਂ ਕਿਹਾ ਕਰਦੀ ਸੀ, ਮੈਂ ਆਖਿਆ ਗੜਵੀ ਲੈ ਕੇ ਹੀ ਜਾਊਂ, ਰਾਤ ਨੂੰ ਕੁੱਤੇ ਧੂਈ ਫਿਰਨੇ ਦੁੱਧ ਦੀ ਲਿਬੜੀ ਨੂੰ। ਉਸ ਪਿੱਛੋਂ ਹਰ ਰੋਜ਼ ਕਦੀ ਕੋਈ ਤੇ ਕਦੀ ਕੋਈ ਬਖਤੌਰੇ ਵਾਸਤੇ ਰੋਟੀ ਤੇ ਦੁੱਧ ਲੈ ਕੇ ਜਾਂਦਾ। ਉਹਨਾਂ ਦੀ ਬੇਬੇ ਆਪ ਨਾ ਜਾਂਦੀ। ਇੱਕ ਰਾਤ ਬਖਤੌਰੇ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ। ਮੱਖਣ ਦੀ ਮਾਂ ਨੇ ਆਪ ਜਾ ਕੇ ਦੁੱਧ ਪੀਣ ਵਾਸਤੇ ਨਾ ਮਨਾਇਆ। ਅਗਲੀ ਰਾਤ ਵੀ ਤੇ ਫਿਰ ਹਰ ਰੋਜ਼ ਉਹ ਦੁੱਧ ਮੋੜ ਦਿੰਦਾ ਤੇ ਚੁੱਪ ਵੱਟ ਕੇ ਤੁਰਿਆ ਫਿਰਦਾ, ਗੁਆਚੀ ਗਾਂ ਵਾਂਗ। ਇਨ੍ਹਾਂ ਹੀ ਦਿਨਾਂ ਵਿੱਚ ਮੱਖਣ ਨੇ ਮਾਂ ਪਿਓ ਨੂੰ 2-3 ਵਾਰ ਘੁਸਰ-ਮੁਸਰ ਕਰਦੇ ਹੀ ਸੁਣਿਆ। ਉਸ ਨੂੰ ਵੇਖ ਕੇ ਉਹ ਚੁੱਪ ਹੋ ਜਾਂਦੇ, ਜਿਵੇਂ ਕਿਸੇ ਭੇਤ ਵਾਲੀ ਗੱਲ ਤੇ ਬਹਿਸ ਰਹੇ ਹੋਣ। ਜਿੱਥੇ ਬਖਤੌਰਾ ਇਕੱਲਾ ਹੁੰਦਾ, ਉਹਦੀ ਬੇਬੇ ਉੱਥੇ ਜਾਣ ਤੋਂ ਕਤਰਾਉਂਦੀ। 2 ਕੁ ਹਫ਼ਤੇ ਚੁੱਪ ਵੱਟ ਕੇ ਬਖਤੌਰੇ ਨੇ ਕਸਮ ਤੋੜ ਕੇ ਪੀਣੀ ਸ਼ੁਰੂ ਕਰ ਦਿੱਤੀ। ਦਿਨ ਰਾਤ ਪੀਂਦਾ ਰਹਿੰਦਾ, ਪਿਆਉਂਦਾ ਰਹਿੰਦਾ। ਝਿਊਰਾਂ ਦਾ ਦੁੰਨਾ ਟਹਿਲ ਸੇਵਾ ਵਾਸਤੇ ਰੱਖ ਲਿਆ। ਉਹ ਉਹਦੇ ਸਾਰੇ ਕੰਮ ਕਰਦਾ, ਰੋਟੀ ਬਣਾਉਂਦਾ, ਕੱਪੜੇ ਧੋਂਦਾ ਤੇ ਦਾਰੂ ਲਿਆ ਕੇ ਦਿੰਦਾ। ਲੋੜ ਪੈਣ ਤੇ ਗਾ ਕੇ ਵੀ ਸੁਣਾਉਂਦਾ। ਹੁਣ ਜਦ ਉਹ ਰੁਲੀਏ ਚੌਂਕੀਦਾਰ ਦੀ ਵਿਧਵਾ ਨੂੰ ਲੈ ਆਇਆ ਤਾਂ ਮੱਖਣ ਨੂੰ ਘਰ ਦੀ ਬਰਬਾਦੀ ਦਿਸਣ ਲੱਗ ਪਈ। ਟਰੈਕਟਰ ਵਾਸਤੇ ਜੋੜੀ ਰਕਮ ਖਤਮ ਹੋ ਗਈ ਤਾਂ ਜ਼ਮੀਨ ਵੇਚਣ ਤੇ ਉੱਤਰ ਆਇਆ। ਮਾਂ, ਮੇਰੀ ਉਮਰ ਕਿੰਨੀ ਹੈ? ਮੱਖਣ ਨੇ ਅਚਾਨਕ ਪੁੱਛਿਆ। ਆਉਂਦੇ ਭਾਦੋਂ ਨੂੰ 20 ਦਾ ਹੋ ਜਾਏਗਾ। 20 ਤੇ 20 40। ਮੱਖਣ ਨੇ ਮਾਂ ਨੂੰ ਸੁਣਾ ਕੇ ਸੋਚਿਆ। 40 ਜਾਂ 1 ਅੱਧ ਸਾਲ ਫਾਲਤੂ ਹੋਵੇਗਾ। ਬੇਬੇ, ਤੈਨੂੰ ਆਈ ਨੂੰ ਕਿੰਨੇ ਵਰ੍ਹੇ ਹੋ ਗਏ? ਮੱਖਣ ਨੇ ਦੂਜਾ ਸਵਾਲ ਕੀਤਾ। ਮੈਂ ਕੋਈ ਵਹੀਆਂ ਫਰੋਲੀ ਬੈਠੀ ਆਂ? ਜਾ ਕੇ ਪੁੱਛ ਲੈ ਜਿਹੜਾ ਲੈ ਕੇ ਆਇਆ ਸੀ। ਮਾਂ ਨੇ ਚਿੜ ਕੇ ਕਿਹਾ। ਵਹੀਆਂ ਹੀ ਹੁਣ ਫਰੋਲਣੀਆਂ ਪੈਣਗੀਆਂ, ਇੱਕ ਹੋਰ ਲਿਆਈ ਬੈਠਾ ਉਹ। ਇੱਕ ਦੀ ਥਾਂ 10 ਲੈ ਆਵੇ, ਮੇਰੀ ਜੁੱਤੀ ਤੋਂ। ਗੁੱਸੇ ਵਿੱਚ ਉਹ ਕਹਿ ਤਾਂ ਗਈ, ਪਰ ਨਾਲ ਹੀ ਉਹਦੀ ਭੁੱਬ ਨਿਕਲ ਗਈ। ਤੇਰੀ ਜੁੱਤੀ ਤੋਂ ਕਿਉਂ? ਮੈਂ ਪੁੱਛਦਾ, ਤੇਰੀ ਜੁੱਤੀ ਤੋਂ ਕਿਉਂ? ਮੱਖਣ ਨੇ ਖਿਝ ਕੇ ਪੁੱਛਿਆ। ਮੈਂ ਆਖਿਆ ਸੀ ਉਹਨੂੰ ਲਿਆਉਣ ਵਾਸਤੇ, ਰੁੱਕ ਕੇ ਬੋਲੀ। ਮੇਰਾ ਦਿਲ ਜਾਣਦਾ ਜਾਂ ਰੱਬ, ਜਿਹੜਾ ਮੇਰਾ ਕਲੇਜਾ ਸਾੜਿਆ ਇਸ ਬੰਦੇ ਨੇ, ਕਿਤੇ ਬਾਹਰ ਮੂੰਹ ਕੱਢਣ ਜੋਗੀ ਨਹੀਂ ਛੱਡਿਆ। ਮੱਖਣ ਕੁਝ ਕਹਿੰਦਾ ਚੁੱਪ ਹੋ ਗਿਆ। ਰਾਤ ਨੂੰ ਮੱਖਣ ਨੇ ਵਹੁਟੀ ਨਾਲ ਗੱਲ ਕੀਤੀ। ਉਸ ਤੋਂ ਪਤਾ ਲੱਗਿਆ ਕਿ ਬੇਬੇ ਹਾਲੇ ਕੱਪੜੇ ਧੋਂਦੀ ਹੈ, ਡਰਦੀ ਹੈ। ਬਾਪੂ ਜੀ ਨਾਲੋਂ ਬੇਬੇ ਜੀ ਨੂੰ ਸਮਝਾਉਣ ਦੀ ਬਹੁਤੀ ਲੋੜ ਹੈ, ਪਰ ਉਹ ਆਪ ਅਜੇ ਕੱਲ੍ਹ ਆਈ ਹੈ, ਸੱਸ ਨੂੰ ਕਿਵੇਂ ਸਮਝਾਵੇ? ਮਾਂ ਪੁੱਤ ਦਾ ਰਿਸ਼ਤਾ ਹੀ ਐਸਾ ਹੈ, ਪੁੱਤਰ ਬੇਸ਼ਰਮ ਕਿਵੇਂ ਬਣੇ? ਸਿਰ ਤੋਂ ਪਾਣੀ ਲੰਘਦਾ ਵੇਖ ਕੇ ਚੌਥੇ ਦਿਨ ਮੱਖਣ ਨੇ ਕੁਝ ਰਿਸ਼ਤੇਦਾਰ ਇਕੱਠੇ ਕਰ ਲਏ, ਕੁਝ ਪਿਓ ਦੇ ਨਜ਼ਦੀਕੀ, ਕੁਝ ਮਾਂ ਦੇ। ਹੁਣ ਸਮੱਸਿਆ ਬਣੀ ਕਿ ਬਖਤੌਰੇ ਨੂੰ ਸਭ ਦੇ ਸਾਹਮਣੇ ਪੇਸ਼ ਕਿਵੇਂ ਕੀਤਾ ਜਾਵੇ। ਹਰ ਵੇਲੇ ਉਹ ਨਸ਼ੇ ਵਿੱਚ ਧੁੱਤ ਪਿਆ ਰਹਿੰਦਾ ਹੈ, ਉਹਦੇ ਨਾਲ ਅਕਲ ਦੀ ਗੱਲ ਕਿਵੇਂ ਕੀਤੀ ਜਾ ਸਕਦੀ ਹੈ? ਮੱਖਣ ਨੇ ਇਸ ਦਾ ਹੱਲ ਸੋਚ ਲਿਆ। ਅੱਧੀ ਰਾਤ ਨੂੰ ਮੱਖਣ ਦਾ ਮਾਮਾ, ਫੁੱਫੜ ਤੇ ਛੋਟਾ ਬੀਰ ਮੱਖਣ ਦੇ ਨਾਲ ਖੇਤ ਪੁੱਜੇ। ਬਖਤੌਰਾ ਬੇਸੁਰਤ ਪਿਆ ਸੀ।
ਮੱਖਣ ਨੇ ਚੌਂਕੀਦਾਰਨੀ ਦੀ ਧੌਣ ਵਿੱਚ 2 ਧਰ ਦਿੱਤੀਆਂ। ਉਹ ਪੱਤੇ ਵਾਹ ਗਈ। ਦੁੰਨਾ ਮੌਕੇ ਦੀ ਨਜ਼ਾਕਤ ਸਮਝਦਾ ਦੜ ਵੱਟ ਕੇ ਪਿਆ ਰਿਹਾ। ਚਾਰਾਂ ਨੇ ਬਖਤੌਰੇ ਦਾ ਮੰਜਾ ਚੁੱਕਿਆ ਤੇ ਘਰ ਸਵਾਤ ਵਿੱਚ ਲਿਆ ਰੱਖਿਆ। ਚੋਖੀਆਂ ਧੁੱਪਾਂ ਨਿਕਲ ਆਈਆਂ ਸਨ ਜਦ ਬਖਤੌਰੇ ਦੀ ਅੱਖ ਖੁੱਲ੍ਹੀ। ਆਲੇ ਦੁਆਲੇ ਵੇਖ ਕੇ ਉਹਨੇ ਰਜਾਈ ਵਗਾਹ ਕੇ ਮਾਰੀ ਤੇ ਛਾਲ ਮਾਰ ਕੇ ਫਰਸ਼ ਤੇ ਖੜਾ ਹੋ ਗਿਆ। ਜੁੜੇ ਲੋਕਾਂ ਨੂੰ ਵੇਖ ਕੇ ਉਹ ਡਰ ਗਿਆ। ਅੱਜ ਨਹੀਂ ਛੱਡਦੇ। ਉਹ ਕੰਬ ਰਿਹਾ ਸੀ। ਬਹਿ ਜਾ ਪੁੱਤ, ਮੱਖਣ ਦੀ ਨਾਨੀ ਨੇ ਉਹਦਾ ਸਿਰ ਪਲੋਸ ਕੇ ਕਿਹਾ। ਫੇਰ ਬਾਹਰ ਆਵਾਜ਼ ਦਿੱਤੀ, ਲਿਆਓ ਨੀ ਕੁੜੀਓ, ਚਾਹ ਬਖਤੌਰ ਸਿਉਂ ਵਾਸਤੇ ਲਿਆਓ। ਚਾਹ ਤੇ ਪਾਣੀ ਦੇ ਗਲਾਸ ਆ ਗਏ। ਬਖਤੌਰੇ ਨੇ ਪੀਣ ਤੋਂ ਇਨਕਾਰ ਕਰ ਦਿੱਤਾ। ਢੰਗ ਨਾਲ ਖਤਮ ਕਰਨਾ ਚਾਹੁੰਦੇ ਨੇ, ਉਹਨੇ ਸੋਚਿਆ। ਲੈ ਮੇਰੇ ਆਖੇ ਪੀ ਲੈ, ਨਾਨੀ ਨੇ ਕਿਹਾ। ਮੈਨੂੰ ਤਾਂ ਤੂੰ ਪੁੱਤਾਂ ਨਾਲੋਂ ਵੀ ਪਿਆਰਾ ਐਂ। ਧੀ ਦੇ ਕੇ ਪੁੱਤ ਬਣਾਇਆ ਤੈਨੂੰ। ਨਾਨੀ ਦਾ ਗੱਚ ਭਰ ਗਿਆ। ਬਣਾਇਆ ਹੋਊਗਾ, ਉਹ ਬੈਠੀ ਐ ਤੇਰੀ ਧੀ, ਲੈ ਜਾ, ਬਖਤੌਰੇ ਨੇ ਦਿਲ ਕਰੜਾ ਕਰਕੇ ਕਿਹਾ। ਮੱਖਣ ਨੇ ਨਾਨੀ ਵੱਲ ਵੇਖ ਕੇ ਉਹਨੂੰ ਹੋਰ ਗੱਲ ਕਰਨ ਤੋਂ ਰੋਕ ਦਿੱਤਾ। ਲਿਆਓ, ਮੈਨੂੰ ਫੜਾਓ ਦੋਵੇਂ ਗਲਾਸ। ਮੱਖਣ ਨੇ ਦੋਵੇਂ ਗਲਾਸ ਫੜ ਲਏ। ਅੱਧਾ ਪਾਣੀ ਪੀ ਕੇ ਤੇ ਅੱਧੀ ਚਾਹ ਪੀ ਕੇ ਬੋਲਿਆ, ਲੈ ਬਾਪੂ ਹੁਣ ਤਾਂ ਪੀ ਲੈ, ਜੇ ਵਿੱਚ ਕੁਝ ਪਾਇਆ ਹੋਊ ਤਾਂ ਦੋਵੇਂ ਮਰਾਂਗੇ। ਮੱਖਣ ਦੀ ਆਵਾਜ਼ ਭਾਰੀ ਹੋ ਗਈ। ਹੁਣ ਜਿਉਂ ਕਿ ਕਰਨਾ ਵੀ ਕੀ ਐ? ਮਰਨ ਤੁਹਾਡੇ ਦੁਸ਼ਮਣ ਕਿਹੋ ਜਿਹੀਆਂ ਚੰਦਰੀਆਂ ਆਵਾਜ਼ਾਂ ਕੱਢਦੇ ਐ, ਨਾਨੀ ਨੇ ਕਿਹਾ। ਫਿਰ ਬਖਤੌਰੇ ਨੂੰ ਕਹਿਣ ਲੱਗੀ, ਲੈ ਪੁੱਤ ਪੀ ਲੈ, ਵੇ ਚੰਦਰਿਆ ਤੇਰਾ ਆਪਦਾ ਲਹੂ ਤੇਰੀ ਜਾਨ ਲਊਗਾ। ਤੇਰੀ ਚਿੰਤਾ 'ਚ ਤਾਂ ਮੁੰਡੇ ਨੇ ਕਿੰਨੇ ਦਿਨਾਂ ਦਾ ਟੁੱਕ ਨਹੀਂ ਖਾਧਾ। ਸਾਰੇ ਚੁੱਪ ਹੋ ਗਏ। ਬਖਤੌਰਾ ਬੈਠ ਗਿਆ। ਪਹਿਲਾਂ ਪਾਣੀ ਤੇ ਫਿਰ ਚਾਹ ਪੀਣ ਲੱਗ ਪਿਆ। ਮੱਖਣ ਨੇ ਆਲੇ ਦੁਆਲੇ ਵੇਖਿਆ। ਉਹਦੀ ਬੇਬੇ ਨਾ ਦਿਸੀ। ਹੁਣ ਇੱਥੇ ਕਾਹਨੂੰ ਜਾ ਬੈਠੀਆਂ ਬੇਬੇ, ਅੰਦਰ ਨਹੀਂ ਆਈਦਾ? ਮੱਖਣ ਨੇ ਇਸ ਤਰ੍ਹਾਂ ਕਿਹਾ ਜਿਵੇਂ ਸਾਰਾ ਮਾਮਲਾ ਉਹਦੀ ਮਾਂ ਦੇ ਆਉਣ ਨਾਲ ਹੀ ਸੁਲਝਣਾ ਹੋਵੇ। ਲੈ ਆ ਗਈ, ਮੱਖਣ ਦੀ ਮਾਂ ਨੇ ਬੂਹੇ ਵਿੱਚੋਂ ਧੌਣ ਅੰਦਰ ਕਰਕੇ ਕਿਹਾ। ਦੱਸ ਕੀ ਕਰਨਾ ਮੇਰਾ, ਕਿਉਂ ਹੁੱਕਰੇ ਦਿੰਨਾ? ਮੱਖਣ ਦੀ ਮਾਂ ਨੇ ਇਉਂ ਕਿਹਾ ਜਿਵੇਂ ਉਹਨੂੰ ਪਤਾ ਹੀ ਨਾ ਹੋਵੇ ਝਗੜਾ ਕੀ ਹੈ। ਤੈਨੂੰ ਨਹੀਂ ਪਤਾ ਕੀ ਕਰਨਾ ਤੇਰਾ? ਮੱਖਣ ਨੇ ਕਿਹਾ। ਤੇਰੇ ਹੀ ਤਾਂ ਸਾਰੇ ਪਿੱਟਣੇ ਪਾਏ ਐ, ਆਂਦੀ ਐ ਕੀ ਕਰਨਾ ਮੇਰਾ। ਮੱਖਣ ਨੇ ਸ਼ੁਰੂ ਤੋਂ ਪਿਓ ਦਾ ਪੱਖ ਲੈਣਾ ਸ਼ੁਰੂ ਕਰ ਦਿੱਤਾ, ਜਿਵੇਂ ਉਹਨੂੰ ਦੱਸਦਾ ਹੋਵੇ ਜੋ ਕੁਝ ਉਸਨੇ ਇਸ ਹਾਲਤ ਵਿੱਚ ਕੀਤਾ ਹੈ ਠੀਕ ਹੀ ਕੀਤਾ ਹੈ। ਟਰੈਕਟਰ ਦੀ ਰਕਮ ਨਾਲੋਂ ਉਹਨੂੰ ਜ਼ਮੀਨ ਦੀ ਬਹੁਤੀ ਚਿੰਤਾ ਸੀ। ਚੁੱਪ ਕਰਕੇ ਬੈਠਾ ਰਹਿ, ਮਾਂ ਬੋਲੀ। ਪਾਏ ਆ ਮੇਰੇ ਪਿੱਟਣੇ, ਇਹਨਾਂ ਨੂੰ ਚੁੱਪ ਕਰਕੇ ਬੈਠਣ ਵਾਸਤੇ ਇਕੱਠੇ ਕੀਤਾ? ਮੱਖਣ ਨੇ ਸਾਰਿਆਂ ਵੱਲ ਇਸ਼ਾਰਾ ਕਰਕੇ ਕਿਹਾ। ਚੰਗਾ ਪਾ ਰੌਲਾ, ਨਾ ਕਰ ਚੁੱਪ, ਕੋਠੇ ਤੇ ਚੜ੍ਹ ਕੇ ਵਜਾ ਢੋਲ। ਢੋਲ ਵੱਜਣ 'ਚ ਕੋਈ ਕਸਰ ਰਹਿ ਗਈ ਐ, ਹਜੇ ਹੋਰ ਵਜਾਉਣ ਨੂੰ ਆਂਦੀ ਐ, ਮੱਖਣ ਨੇ ਕਿਹਾ। ਉਹ ਤੂੰ ਪਿਓ ਨਾਲ ਗੱਲ ਕਰ ਮੱਖਣਾ, ਇਹਨੂੰ ਵਿਚਾਰੀ ਨੂੰ ਕਾਹਨੂੰ ਕੁੱਦ-ਕੁੱਦ ਪੈਣਾ ਹੈ? ਮੱਖਣ ਦੇ ਮਾਮੇ ਨੇ ਭੈਣ ਦੀ ਲਾਪਾ ਹੁੰਦੀ ਵੇਖ ਕੇ ਕਿਹਾ। ਦੋਹਾਂ ਨਾਲ ਗੱਲ ਕਰਨੀ ਪਊਗੀ ਤੇ ਬੇਬੇ ਨਾਲ ਬਹੁਤੀ, ਮੱਖਣ ਨੇ ਦ੍ਰਿੜਤਾ ਨਾਲ ਕਿਹਾ। ਕਰ ਪੁੱਤ ਕਰ, ਨਾਨੀ ਨੇ ਤਾਈਦ ਕੀਤੀ। ਤੂੰ ਹੁਣ ਸੁੱਖ ਨਾਲ ਸਿਆਣਾ ਹੋ ਗਿਆ, ਦੋਹਾਂ ਨੂੰ ਸਮਝਾਉਣ ਜੋਗਾ। ਫੇਰ ਰੁੱਕ ਕੇ ਬੋਲੀ, ਇਹ ਤਾਂ ਠੰਡੇ ਦੁੱਧ ਨੂੰ ਫੂਕਾਂ ਮਾਰ-ਮਾਰ ਕੇ ਪੀਂਦੇ ਐ। ਇਹੋ ਜਿਹਾ ਸਲੱਗ ਤੁਹਾਡਾ ਪੁੱਤ ਨਿਕਲਿਆ ਜਿਹਨੇ ਜੰਮਦੇ ਹੀ ਸਾਰਾ ਖਲਜਗਣ ਸੰਭਾਲ ਲਿਆ ਤੇ ਤੁਹਾਨੂੰ ਵਿਹਲੇ ਛੱਡਤਾ ਲੜਨ ਵਾਸਤੇ। ਮਾਂ ਪਿਓ ਔਲਾਦ ਨੂੰ ਸਮਝਾਉਂਦੇ ਤਾਂ ਵੇਖੇ ਸੀ, ਇੱਥੇ ਉਲਟੀ ਰਵੀਰਾ ਚੱਲ ਪਿਆ। ਇੱਕ ਵਾਰ ਫੇਰ ਚੁੱਪ ਵਰਤ ਗਈ। ਉਹ ਕੀ ਝਗੜਾ ਹੈ ਤੁਹਾਡਾ? ਮੱਖਣ ਦੇ ਫੁੱਫੜ ਨੇ ਚੁੱਪ ਤੋੜੀ। ਕੀ ਹੋਣਾ ਸੀ ਵੀਰ, ਐਵੇਂ ਵਾਧੂ 'ਚ ਟੁੱਕ ਨਹੀਂ ਹਜ਼ਮ ਹੁੰਦਾ, ਮੱਖਣ ਦੀ ਬੇਬੇ ਬੋਲੀ। ਉਹ ਬੇਬੇ ਗੱਲ ਸੁਣ ਸਿਆਣੀ ਬਣ ਕੇ। ਮੱਖਣ ਨੂੰ ਸੁੱਝ ਨਹੀਂ ਸੀ ਰਿਹਾ ਵਡੇਰੀ ਉਮਰ ਦੇ ਲੋਕਾਂ ਵਿੱਚ ਕਿਵੇਂ ਗੱਲ ਕਰੇ। ਤੂੰ ਸਾਨੂੰ ਲੋਕਾਂ ਦੇ ਸੀਰੀ ਲੱਗੇ ਚਾਹੁੰਦੀ ਐ ਜਾਂ ਸਰਦਾਰੀ ਕਰਦੇ? ਇਹ ਪੁੱਛਣ ਵਾਲੀ ਗੱਲ ਐ। ਮਾਂ ਡੈਣ ਹੋਊਗੀ ਤਾਂ ਔਲਾਦ ਵਾਸਤੇ ਨਹੀਂ, ਬੇਬੇ ਨੇ ਕਿਹਾ। ਫਿਰ ਤੂੰ ਬਾਪੂ ਨੂੰ ਰੋਟੀ ਟੁੱਕ ਕਿਉਂ ਨਹੀਂ ਫੜਾਉਂਦੀ? ਕਿਉਂ ਚਰਦੇ ਵਗ 'ਚ ਛੀ ਪਾਉਣੀ ਐ? ਮੱਖਣ ਨੇ ਜਿਹੜੀ ਗੱਲ ਬਹੁਤ ਔਖੀ ਸੋਚੀ ਸੀ, ਉਹ ਬੜੀ ਸੌਖੀ ਤਰ੍ਹਾਂ ਆਖੀ ਗਈ। ਨਾ ਮੈਂ ਪਾਈ ਐ ਚਰਦੇ ਵਗ 'ਚ ਛੀ? ਮੱਖਣ ਦੀ ਮਾਂ ਨੇ ਹੱਠ ਕਰਨ ਵਾਂਗ ਕਿਹਾ। ਤੂੰ ਹੀ ਸਾਰਾ ਕੰਮ ਖਰਾਬ ਕੀਤਾ ਹੈ, ਮੱਖਣ ਨੇ ਗਰਮ ਹੋ ਕੇ ਕਿਹਾ। ਲੈ ਵੇ ਬੀਰਿਆ ਪਿਓ ਨੂੰ ਰੋਟੀ ਦੇ ਆ, ਲੈ ਵੇ ਛਿੰਦਿਆ ਪਿਓ ਨੂੰ ਦੁੱਧ ਦੇ ਆ। ਮੱਖਣ ਨੇ ਮਾਂ ਦੀ ਸਾਂਗ ਲਾਈ ਤੇ ਆਪਣੀ ਗੱਲ ਦਾ ਅਸਰ ਵੇਖਣ ਵਾਸਤੇ ਸਭ ਦੇ ਮੂੰਹਾਂ ਵੱਲ ਵੇਖਿਆ। ਤੇਰੇ ਤੋਂ ਨਹੀਂ ਫੜਾਈ ਜਾਂਦੀ ਰੋਟੀ ਹੁਣ?
ਅਖੇ ਨੂੰਹ ਆ ਗਈ ਐ। ਮੈਂ ਪੁੱਛਦਾ, ਨੂੰਹ ਦੇ ਆਉਣ ਨਾਲ ਇਹ ਇੱਕ ਦਿਨ 'ਚ ਸਤਰਿਆ ਬਤਰਿਆ ਹੋ ਗਿਆ? ਲੁਕਦੀ ਫਿਰਦੀ ਐ ਜਿਵੇਂ ਕੰਜਕ ਹੋਵੇ। ਮੱਖਣ ਗਰਜਿਆ। ਮੱਖਣ ਦੀ ਮਾਂ ਦੇ ਹੰਝੂ ਵਗ ਤੁਰੇ। ਸਾਰੇ ਚੁੱਪ ਹੋ ਗਏ। ਨਾਨੀ ਬੋਲੀ, ਕੁੜੀਏ, ਮੁੰਡਾ ਸੱਚਾ ਕਲਪਦਾ। ਭੱਤਾ ਬਣਾ ਕੇ ਕਿਸੇ ਵੱਟ ਤੁਰੀ ਫਿਰੀ। ਕਿਸੇ ਨੇ ਟਕੇ ਦਾ ਮਨ ਨਹੀਂ ਪਿਆਉਣਾ। ਬੰਦੇ ਦੇ ਸਿਰ ਤੇ ਤੀਵੀਂ ਰਾਜ ਰਾਜ ਦੀ ਹੁੰਦੀ ਐ ਤੇ ਬੰਦਾ ਤੂੰ ਕਰਤਾ ਦੂਰ। ਇਉਂ ਕਿਵੇਂ ਗੱਲ ਬਣੂ? ਮੱਖਣ ਦੀ ਮਾਂ ਉੱਠ ਕੇ ਬਾਹਰ ਜਾਣ ਲੱਗੀ ਤਾਂ ਮੱਖਣ ਨੇ ਰੋਕ ਲਿਆ। ਹੁਣ ਗੱਲ ਕਿਸੇ ਬੰਨੇ ਲਾ ਕੇ ਬਾਹਰ ਜਾਈਂ। ਤੈਨੂੰ ਕੋਈ ਸਮਝ ਆਈ ਕਿ ਨਹੀਂ? ਤੇਰਾ ਕੋਈ ਇਤਰਾਜ਼ ਹੈ ਤਾਂ ਹੁਣ ਦੱਸ ਦੇ। ਮੱਖਣ ਨੇ ਨਰਮ ਪੈ ਕੇ ਕਿਹਾ। ਸ਼ਰਮਸਾਰ ਹੋਈ ਉਹ ਊਂਦੀ ਪਾ ਕੇ ਬੈਠੀ ਰਹੀ। ਇਹਨੂੰ ਕੀ ਇਤਰਾਜ਼ ਹੋਣਾ? ਨਾਨੀ ਨੇ ਧੀ ਵੱਲੋਂ ਯਕੀਨ ਦਿਵਾਇਆ। ਇਹਦਾ ਡਰ ਮੈਂ ਦੂਰ ਕਰ ਦੂੰਗੀ। ਇਹਦਾ ਡਰ ਵੀ ਸੱਚਾ ਹੈ। ਪਰ ਭਾਈ ਬੀਬੀ ਆਪਦਾ ਘਰ ਸੰਭਾਲੋ, ਜੱਗ ਹਸਾਈ ਨਾ ਕਰਵਾਓ। ਬਖਤੌਰ ਸਿੰਘ ਦੀ ਉਮਰ ਦੇ ਤਾਂ ਕਿਸੇ ਦੇ ਆਖਣ ਵਾਂਗੂ ਹਾਲੇ ਕੁਆਰੇ ਫਿਰਦੇ ਐ। ਪਰ ਇਹ ਬੋਲਦੀ ਕਿਉਂ ਨਹੀਂ? ਮੱਖਣ ਨੇ ਗੁੱਸਾ ਦਬਾ ਕੇ ਕਿਹਾ। ਬੋਲਾਂ ਕੀ? ਤੂੰ ਤਾਂ ਬੇਸ਼ਰਮ ਹੋ ਗਿਆ। ਮੇਰੇ ਤੋਂ ਨਹੀਂ ਤੇਰੇ ਵਾਂਗੂ ਜੀਭ ਮਾਰੀ ਜਾਂਦੀ। ਮੱਖਣ ਦੀ ਬੇਬੇ ਨੇ ਅਸਹਿਮਤ ਹੋ ਕੇ ਸਹਿਮਤੀ ਪ੍ਰਗਟ ਕਰ ਦਿੱਤੀ। ਮੈਂ ਜਿਨ੍ਹਾਂ ਦਾ ਭਲਾ ਸੋਚਦੀ ਸਾਂ ਉਹੀ ਆਨੇ ਕੱਢਦੇ ਐ। ਇੱਕ ਵਾਰ ਫੇਰ ਸਾਰੇ ਚੁੱਪ ਹੋ ਗਏ। ਸ਼ਾਇਦ ਇਹ ਸੋਚਣ ਵਾਸਤੇ ਕਿ ਮੱਖਣ ਦੀ ਮਾਂ ਕਿਵੇਂ ਭਲਾ ਸੋਚਦੀ ਸੀ। ਮੱਖਣ ਨੂੰ ਮਾਂ ਉੱਤੇ ਤਰਸ ਆ ਗਿਆ। ਫਿਰ ਉਹ ਪਿਓ ਉੱਤੇ ਵਰ ਪਿਆ। ਅੱਛਾ ਸਾਹਿਬ ਪਿਤਾ ਜੀ, ਮੱਖਣ ਨੇ ਤਿੱਖੀ ਨਸ਼ਤਰ ਚੁਭੋਈ। ਮੇਰਾ ਯਾਰ ਪੁੱਤ, ਮੇਰਾ ਭਰਾਵਾਂ ਵਰਗਾ ਪੁੱਤ, ਆਂਦੇ ਦਾ ਮੂੰਹ ਨਹੀਂ ਸੀ ਥੱਕਦਾ। ਮੈਂ ਪੁੱਛਦਾ, ਯਾਰ ਪੁੱਤ ਨਾਲ ਇੱਕ ਵਾਰੀ ਵੀ ਗੱਲ ਨਾ ਕੀਤੀ ਗਈ? ਮੁੱਲ ਦੀ ਤੀਵੀਂ ਲਿਆ ਕੇ ਲੋਕਾਂ ਨੂੰ ਦੂਲਾ ਬਣ ਕੇ ਵਿਖਾਉਣਾ। ਆਪਦੇ ਟੱਬਰ ਤੋਂ ਰੋਟੀ ਨਾ ਲਈ ਗਈ। ਮੱਖਣ ਉੱਬਲਦੀ ਲੁੱਕ ਵਾਂਗ ਬੁਲਬੁਲੇ ਛੱਡਣ ਲੱਗਿਆ। ਜੇ ਬਹੁਤਾ ਹੀ ਔਖਾ ਹੈ ਤਾਂ ਦੂਜਾ ਵਿਆਹ ਕਰ ਦਿੰਨੇ ਆ ਤੇਰਾ। ਸਿੱਧੀ ਤਰ੍ਹਾਂ ਘਰ ਲਿਆ ਕੇ ਰੱਖ, ਨਾਲੇ ਇਹਨੂੰ ਅਕਲ ਆ ਜਾਵੇ। ਬਖਤੌਰਾ ਰਜਾਈ ਲੈ ਕੇ ਲੇਟ ਗਿਆ। ਚੁੱਪ ਬਹੁਤ ਸੰਘਣੀ ਹੋ ਗਈ। ਮੱਖਣ ਦੀ ਨਾਨੀ ਨੇ ਮੱਖਣ ਨੂੰ ਨਰਮ ਹੋਣ ਵਾਸਤੇ ਇਸ਼ਾਰਾ ਕੀਤਾ। ਤਣਾਅ ਘੱਟ ਕਰਨ ਵਾਸਤੇ ਮੱਖਣ ਨੇ ਛੋਟੇ ਭਰਾ ਨੂੰ ਕਿਹਾ, ਜਾ ਬੀਰਿਆ, ਖੇਤੋਂ ਸਾਹਿਬ ਦੇ ਕੋਟ ਚੁੱਕ ਲਿਆ, ਸੰਦੂਕ ਵਿੱਚ ਸਾਂਭ ਕੇ ਰੱਖ ਦਿਓ। ਬੇਬੇ ਨੇ ਰੋਟੀ ਨਾ ਫੜਾਈ ਤਾਂ ਫੇਰ ਕੰਮ ਆਉਣਗੇ। ਸਾਰੇ ਹੱਸ ਪਏ। ਨਾਨੀ ਵੀ ਹੱਸ ਪਈ। ਬਖਤੌਰੇ ਦੀ ਰਜਾਈ ਹਿੱਲੀ। ਰਸੋਈ ਵਿੱਚੋਂ ਮੱਖਣ ਦੀ ਵਹੁਟੀ ਦਾ ਹਾਸਾ ਸੁਣਾਈ ਦਿੱਤਾ। ਕਿਵੇਂ ਗੱਲਾਂ ਆਉਂਦੀਆਂ ਬੇਸ਼ਰਮ ਨੂੰ। ਮੱਖਣ ਦੀ ਮਾਂ ਦਾ ਮੂੰਹ ਲਾਲ ਹੋ ਗਿਆ। ਕੇਰਾਂ ਹੀ ਸਿਆਣਾ ਬਣਨ ਲੱਗਿਆ। ਉਹ ਮੁਸਕਰਾ ਪਈ। ਬਖਤੌਰਾ ਰਜਾਈ ਲੈ ਕੇ ਪਿਆ ਰਿਹਾ। ਲੈ ਫੜ। ਮੱਖਣ ਦੀ ਮਾਂ ਬਾਹਰੋਂ ਰੋਟੀ ਵਾਲਾ ਥਾਲ ਲਿਆ ਕੇ ਬੋਲੀ। ਲੈ ਖਾ ਲੈ, ਜੇ ਮੇਰੇ ਹੱਥੋਂ ਬਾਹਲੀ ਮਿੱਠੀ ਲੱਗਦੀ ਐ ਤਾਂ ਮੈਂ ਖਵਾ ਦਿਆ ਕਰੂੰ। ਬਖਤੌਰਾ ਉੱਠ ਕੇ ਬੈਠ ਗਿਆ। ਥਾਲੀ ਫੜ ਕੇ ਤਪਾਈ ਤੇ ਰੱਖ ਦਿੱਤੀ। ਬੁਰਕੀ ਤਾਂ ਆਪ ਪਾ ਲੇਗਾ ਕਿ ਬੇਬੇ ਹੀ ਪਾਵੇ? ਮੱਖਣ ਨੇ ਵਿਅੰਗ ਕੀਤਾ। ਸਾਰਿਆਂ ਨੇ ਹੱਸਦੇ ਹੱਸਦੇ ਬਖਤੌਰੇ ਵੱਲ ਵੇਖਿਆ ਤਾਂ ਚੁੱਪ ਹੋ ਗਏ। ਉਹ ਰੋ ਰਿਹਾ ਸੀ। ਇਹ ਸੀ ਗੁਰਦੇਵ ਰੁਪਾਣਾ ਦੀ ਕਹਾਣੀ ਰੋਟੀ। ਆਵਾਜ਼ ਮਨਪ੍ਰੀਤ ਸਹੋਤਾ। ਅਜਿਹਾ ਹੋਰ ਕੰਟੈਂਟ ਸੁਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਦਾ ਆਈਕਨ ਦਬਾ ਲੈਣਾ ਤਾਂ ਕਿ ਤੁਹਾਨੂੰ ਅਪਡੇਟ ਪਹੁੰਚ ਜਾਣ। ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਛੱਡ ਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕੰਮ ਕਿਹੋ ਜਿਹਾ ਲੱਗਿਆ।